ਵੀਡੀਓ ਦੇਖ ਰਹੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਜੀ ਥਰਮੋਡਾਇਨਮਿਕ ਪ੍ਰੋਸੈਸਿਸ ਦੀਆਂ ਅਗਲੀਆਂ ਦੋ ਪ੍ਰੋਸੈਸਿਸ ਦੇ ਬਾਰੇ ਜੋ ਕਿ ਪ੍ਰਿੰਸੀਪਲ ਆਫ ਇਰਰਿਵਰਸਿਬਿਲਿਟੀ ਦੇ ਉੱਤੇ ਕੰਮ ਕਰਦੀਆਂ ਨੇ, ਜੋ ਕਿ ਹਨ ਫ੍ਰੀ ਐਕਸਪੈਂਸ਼ਨ ਐਂਡ ਥ੍ਰੋਟਲਿੰਗ ਪ੍ਰੋਸੈਸ। ਆਓ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਫ੍ਰੀ ਐਕਸਪੈਂਸ਼ਨ ਦੇ ਬਾਰੇ। ਜਿਵੇਂ ਕਿ ਨਾਮ ਇੰਡੀਕੇਟ ਕਰ ਰਿਹਾ ਕਿ ਕਿਸੇ ਵੀ ਚੀਜ਼ ਨੂੰ ਜਦੋਂ ਅਸੀਂ ਫ੍ਰੀਲੀ ਐਕਸਪੈਂਡ ਕਰਵਾਉਂਦੇ ਹਾਂ ਤਾਂ ਉਸ ਚੀਜ਼ ਨੂੰ ਅਸੀਂ ਕਾਊਂਟ ਕਰਦੇ ਹਾਂ ਫ੍ਰੀ ਐਕਸਪੈਂਸ਼ਨ। ਤਾਂ ਇਸੇ ਹੀ ਪ੍ਰੋਸੈਸ ਨੂੰ ਜਦੋਂ ਅਸੀਂ ਗੈਸਿਸ ਦੇ ਉੱਤੇ ਇੰਪੋਜ਼ ਕਰਦੇ ਹਾਂ ਤਾਂ ਇਹ ਕਹਿਲਾਉਂਦੀ ਆ ਫ੍ਰੀ ਐਕਸਪੈਂਸ਼ਨ ਆਫ ਗੈਸਿਸ। ਸੋ ਕੀ ਹੈ ਇਹ? ਦ ਐਕਸਪੈਂਸ਼ਨ ਆਫ ਗੈਸਿਸ ਇਨ ਅ ਪਰਫੈਕਟ ਵੈਕਿਊਮ ਇਜ਼ ਕਾਲਡ ਫ੍ਰੀ ਐਕਸਪੈਂਸ਼ਨ। ਕਿ ਜਦੋਂ ਅਸੀਂ ਕਿਸੇ ਗੈਸ ਨੂੰ ਕਿਸੇ ਪਰਫੈਕਟਲੀ ਵੈਕਿਊਮਡ ਚੈਂਬਰ ਦੇ ਵਿੱਚ ਫ੍ਰੀਲੀ ਐਕਸਪੈਂਡ ਕਰਵਾਉਂਦੇ ਆ ਤਾਂ ਉਸ ਨੂੰ ਅਸੀਂ ਆਖਦੇ ਆ ਐਕਸਪੈਂਸ਼ਨ ਆਫ ਗੈਸਿਸ। ਸੋ ਐਕਸਪੈਂਸ਼ਨ ਆਫ ਗੈਸਿਸ ਦੇ ਵਿੱਚ no heat is supplied or rejected, no work is done and the temperature during the process remains constant। ਕਿ ਇੱਥੇ ਤਿੰਨ ਚੀਜ਼ਾਂ ਦੀ ਗੱਲ ਕੀਤੀ ਗਈ ਹੈ ਕਿ ਇਸ ਸਿਸਟਮ ਦੇ ਦੌਰਾਨ, ਇਸ ਪ੍ਰੋਸੈਸ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਿਸਟਮ ਨੂੰ ਨਾ ਤਾਂ ਹੀਟ ਸਪਲਾਈ ਕੀਤੀ ਜਾਂਦੀ ਹੈ ਤੇ ਨਾ ਹੀ ਸਿਸਟਮ ਦੇ ਵਿੱਚੋਂ ਹੀਟ ਨੂੰ ਰਿਜੈਕਟ ਕੀਤਾ ਜਾਂਦਾ। ਸੋ ਜਦੋਂ ਕਿਸੇ ਵੀ ਸਿਸਟਮ ਨੂੰ ਅਸੀਂ ਹੀਟ ਰਿਜੈਕਟ ਜਾਂ ਸਪਲਾਈ ਨਹੀਂ ਕਰਦੇ ਤਾਂ ਉਸ ਟਾਈਮ ਉਹ ਸਿਸਟਮ ਦੇ ਅੰਦਰ ਜੋ ਵਰਕ ਡਨ ਹੋਊਗਾ ਉਹ ਵੀ ਸਾਡਾ ਜ਼ੀਰੋ ਹੋ ਜਾਊਗਾ ਫਰੋਮ ਫਰਸਟ ਲਾ ਆਫ ਥਰਮੋਡਾਇਨਮਿਕਸ ਤੋਂ। ਸੋ ਨਾਲ ਹੀ ਕਹਿੰਦਾ ਦਾ ਟੈਂਪਰੇਚਰ ਡਿਊਰਿੰਗ ਦਾ ਪ੍ਰੋਸੈਸ ਰਿਮੇਨਸ ਕੌਨਸਟੈਂਟ। ਕਿ ਜਦੋਂ ਹੀਟ ਹੀ ਨਹੀਂ ਸਪਲਾਈ ਕੀਤੀ ਤਾਂ ਉਸ ਦੌਰਾਨ ਉਸ ਦਾ ਟੈਂਪਰੇਚਰ ਵੀ ਕੌਨਸਟੈਂਟ ਹੀ ਰਹੇਗਾ। ਸੋ ਇਸ ਚੀਜ਼ ਨੂੰ ਐਕਸਪਲੇਨ ਕਰਨ ਦੇ ਲਈ ਅਸੀਂ ਇੱਕ ਐਗਜ਼ਾਮਪਲ ਲੈਂਦੇ ਹਾਂ। ਕਹਿੰਦਾ ਲੈਟ ਅਸ ਅ ਸਿਸਟਮ A contains a gas at some pressure P while the other system B having common boundary with the system A is perfectly evacuated, that is no gas is present there। ਕਹਿੰਦਾ ਅਸੀਂ ਇਸ ਚੀਜ਼ ਨੂੰ ਐਕਸਪਲੇਨ ਕਰਨ ਦੇ ਲਈ ਇੱਕ ਸਿਸਟਮ ਲੈ ਲਿਆ ਜਿਸ ਨੂੰ ਅਸੀਂ ਨਾਮ ਦਿੱਤਾ A, ਔਰ ਉਸ ਸਿਸਟਮ ਦੇ ਵਿੱਚ ਜੋ ਅਸੀਂ ਗੈਸ ਲਈ ਉਸ ਨੂੰ ਕਹਿਤਾ ਕਿ ਉਹ ਪ੍ਰੈਸ਼ਰ P ਦੇ ਉੱਤੇ ਹੈ, ਔਰ ਉਹਦੇ ਨਾਲ ਹੀ ਅਸੀਂ ਇੱਕ ਹੋਰ ਸਿਸਟਮ ਲੈ ਲਿਆ ਜਿਸ ਸਿਸਟਮ ਨੂੰ ਨਾਮ ਅਸੀਂ ਦਿੱਤਾ B, ਔਰ ਉਸ ਦੀ ਕਾਮਨ ਬਾਉਂਡਰੀ ਹੈ ਵਿਦ ਦਾ ਸਿਸਟਮ A। ਔਰ ਜੋ B ਸਿਸਟਮ ਅਸੀਂ ਲਿਆ ਉਸ ਨੂੰ ਅਸੀਂ ਕੰਪਲੀਟਲੀ ਇਵੈਕੂਏਟ ਕਰਤਾ, ਮਤਲਬ ਕਿ ਉਸ ਸਿਸਟਮ B ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੈਸ ਨਹੀਂ ਹੋਊਗੀ। ਉਹ ਸਿਸਟਮ ਨੂੰ ਅਸੀਂ ਵੈਕਿਊਮਡ ਬਣਾਤਾ, ਕੰਪਲੀਟਲੀ ਏਅਰਲੈਸ। ਨੈਕਸਟ ਉਹ ਅਗਲੇ ਪੁਆਇੰਟ ਦੇ ਵਿੱਚ ਗੱਲ ਕਰ ਰਿਹਾ, ਕਹਿੰਦਾ ਵੈਨ ਦ ਕਾਮਨ ਬਾਉਂਡਰੀ ਗੈਟਸ ਪੰਚਰਡ the gas expands in B to acquire the volume without any restriction, so it is also called unrestricted flow। ਕਿ ਜਦੋਂ A ਤੇ B ਦੋ ਸਿਸਟਮਸ ਦੇ ਇਨ ਬਿਟਵੀਨ ਜੋ ਬਾਉਂਡਰੀ ਬਣੀ ਹੋਈ ਹੈ ਉਸ ਬਾਉਂਡਰੀ ਨੂੰ ਅਸੀਂ ਕਿਸੇ ਵੀ ਇੱਕ ਪਰਟੀਕੂਲਰ ਪਲੇਸ ਤੋਂ ਪੰਚਰ ਕਰਤਾ, ਛੋਟਾ ਜਿਹਾ ਉਹਦੇ ਵਿੱਚ ਹੋਲ ਕਰਤਾ, ਤਾਂ ਜੋ A ਦੇ ਵਿੱਚ ਜੋ ਵੀ ਗੈਸ ਪ੍ਰੈਜ਼ੈਂਟ ਸੀ ਉਹ B ਦੇ ਵਿੱਚ ਜਾਣੀ ਸਟਾਰਟ ਹੋ ਜਾਣੀ ਹੈ ਵਿਦਾਊਟ ਐਨੀ ਰਿਸਟ੍ਰਿਕਸ਼ਨ। ਇਸ ਕਰਕੇ ਇਹਨੂੰ ਅਨਰਿਸਟ੍ਰਿਕਟਿਡ ਫਲੋ ਵੀ ਮੰਨਿਆ ਜਾਂਦਾ। ਤੁਸੀਂ ਸਾਹਮਣੇ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ, ਤੁਹਾਨੂੰ ਦੋ ਸਿਸਟਮ ਨਜ਼ਰ ਆ ਰਹੇ ਨੇ, ਸਿਸਟਮ A ਐਂਡ ਸਿਸਟਮ B। ਸਿਸਟਮ A ਦੇ ਵਿੱਚ ਅਸੀਂ ਕੁਝ ਗੈਸ ਲਈ ਹੋਈ ਹੈ, ਸਿਸਟਮ B ਨੂੰ ਅਸੀਂ ਵੈਕਿਊਮ ਦੇ ਵਿੱਚ ਰੱਖਿਆ ਹੋਇਆ। ਇਹਨਾਂ ਨੂੰ ਦੋਨਾਂ ਸਿਸਟਮਸ ਨੂੰ ਅਸੀਂ ਕਾਮਨ ਬਾਉਂਡਰੀ ਦੇ ਨਾਲ ਸੈਪਰੇਟ ਕੀਤਾ ਹੋਇਆ। ਸੋ ਜਿਵੇਂ ਹੀ ਇਸ ਕਾਮਨ ਬਾਉਂਡਰੀ ਦੇ ਕਿਸੇ ਵੀ ਇੱਕ ਪਰਟੀਕੂਲਰ ਪਲੇਸ ਦੇ ਉੱਤੇ ਅਸੀਂ ਹਲਕਾ ਜਿਹਾ ਛੇਦ ਕਰਤਾ ਤਾਂ A ਦੇ ਵਿੱਚੋਂ ਸਾਰੇ ਦਾ ਸਾਰਾ ਵੋਲਿਊਮ ਡਿਵਾਈਡ ਹੋਣਾ ਸਟਾਰਟ ਹੋ ਜਾਊਗਾ ਔਰ ਦੋਨਾਂ ਸਿਸਟਮਸ ਦੇ ਵਿੱਚ ਇਕੁਇਲਿਬਰੀਅਮ ਦੀ ਸਟੇਟ ਆ ਜਾਏਗੀ। ਦੋਨਾਂ ਵਿੱਚ ਜੋ ਵੋਲਿਊਮ ਹੋਏਗਾ, ਜੋ ਪ੍ਰੈਸ਼ਰ ਆਫ ਦਾ ਗੈਸ ਹੋਏਗਾ ਉਹ ਸੇਮ ਹੋ ਜਾਏਗਾ। ਨੈਕਸਟ ਉਹ ਗੱਲ ਕਰ ਰਿਹਾ ਦਿਸ ਪ੍ਰੋਸੈਸ ਇਜ਼ ਹਾਈਲੀ ਇਰਰਿਵਰਸੀਬਲ। ਕਿ ਇਹ ਜੋ ਪ੍ਰੋਸੈਸ ਹੈ ਸਾਡੇ ਕੋਲ ਫ੍ਰੀ ਐਕਸਪੈਂਸ਼ਨ ਦਾ, ਇਹ ਹਾਈਲੀ ਇਰਰਿਵਰਸੀਬਲ ਹੈ। ਕਿ ਜਦੋਂ ਸਿਸਟਮ A ਦੇ ਵਿੱਚੋਂ ਸਿਸਟਮ B ਦੇ ਵਿੱਚ ਗੈਸ ਐਕਸਪੈਂਡ ਕਰੂਗੀ ਤਾਂ ਇਹ ਕਿਸੇ ਵੀ ਕੰਡੀਸ਼ਨ ਦੇ ਉੱਤੇ ਵਾਪਸ ਨਹੀਂ ਆ ਸਕਦੀ, ਇਰਰਿਵਰਸੀਬਲ ਹੋਏਗੀ ਇਹ ਪ੍ਰੋਸੈਸ। ਸੋ ਦ ਚੇਂਜ ਕੈਨ ਨਾਟ ਬੀ ਰਿਪਰੈਜ਼ੈਂਟਡ ਔਨ ਦ ਥਰਮੋਡਾਇਨਮਿਕ ਪਲੇਨ। ਕਿ ਜੋ ਇਸ ਸਿਸਟਮ ਦੇ ਅੰਦਰ ਚੇਂਜ ਹੋਊਗਾ ਉਸ ਨੂੰ ਅਸੀਂ ਥਰਮੋਡਾਇਨਮਿਕ ਪਲੇਨ ਦੇ ਉੱਤੇ ਰਿਪਰੈਜ਼ੈਂਟ ਨਹੀਂ ਕਰ ਸਕਦੇ। ਐਂਡ ਨਾਲ ਹੀ ਗੱਲ ਕਰ ਰਿਹਾ ਵਰਕ ਡਨ ਕੈਨ ਨਾਟ ਬੀ ਇਵੈਲੂਏਟਿਡ ਬਾਏ ਇੰਟੀਗ੍ਰੇਸ਼ਨ ਆਫ P into dV। ਕਿ ਜੋ ਵਰਕ ਡਨ ਹੋਊਗਾ ਇਸ ਪ੍ਰੋਸੈਸ ਦਾ ਉਸ ਨੂੰ ਅਸੀਂ PdV ਦੀ ਇੰਟੀਗ੍ਰੇਸ਼ਨ ਦੇ ਨਾਲ ਨੋਟ ਨਹੀਂ ਕਰ ਸਕਦੇ, ਕੈਲਕੂਲੇਟ ਨਹੀਂ ਕਰ ਸਕਦੇ।
ਨਾਲ ਹੀ ਉਹ ਕੁਛ ਗੱਲ ਕਰ ਰਿਹਾ, ਕਹਿੰਦਾ ਫ੍ਰੀ ਐਕਸਪੈਂਸ਼ਨ ਦਾ ਜੋ ਪ੍ਰੋਸੈਸ ਹੈ ਇਹ, ਇਸ ਦੇ ਅੰਦਰ ਜੋ ਚੇਂਜਿਸ ਆਉਣਗੇ ਜਾਂ ਜੋ ਹਾਈਲਾਈਟਸ ਨੇ ਇਹਦੇ, ਉਹ ਅਸੀਂ ਕੁਛ ਇਸ ਤਰੀਕੇ ਦੇ ਨਾਲ ਨੋਟ ਕੀਤੇ ਨੇ। ਕਹਿੰਦਾ ਵਰਕ ਡਨ W is equals to 0, ਹੀਟ ਸਪਲਾਈ that is also again equals to 0, and the change in internal energy delta U that is again 0। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਥ੍ਰੋਟਲਿੰਗ ਪ੍ਰੋਸੈਸ ਦੇ ਬਾਰੇ। ਇਟ ਇਜ਼ ਐਨ ਇਰਰਿਵਰਸੀਬਲ ਸਟੱਡੀ ਫਲੋ ਐਕਸਪੈਂਸ਼ਨ ਪ੍ਰੋਸੈਸ ਇਨ ਵਿਚ ਅ ਪਰਫੈਕਟ ਗੈਸ ਇਜ਼ ਐਕਸਪੈਂਡਡ ਥਰੂ ਐਨ orifice of very minute dimensions or slightly opened wall। ਕਿ ਇਹ ਸਾਡੇ ਕੋਲ ਇੱਕ ਇਰਰਿਵਰਸੀਬਲ ਸਟੱਡੀ ਫਲੋ ਐਕਸਪੈਂਸ਼ਨ ਦਾ ਪ੍ਰੋਸੈਸ ਹੈ ਜਿਸ ਦੇ ਵਿੱਚ ਅਸੀਂ ਇੱਕ ਪਰਫੈਕਟ ਗੈਸ ਨੂੰ ਐਕਸਪੈਂਡ ਕਰਵਾਉਂਦੇ ਹਾਂ ਇੱਕ orifice ਦੇ ਥਰੂ, ਜਿਸ ਦਾ ਕਿ ਡਾਇਆਮੀਟਰ ਬਹੁਤ ਹੀ ਛੋਟਾ ਹੋਊਗਾ, ਘੱਟ ਹੋਊਗਾ। ਸੋ ਇਸੇ ਤਰ੍ਹਾਂ ਹੀ ਜਦੋਂ ਅਸੀਂ ਕਿਸੇ ਪਰਫੈਕਟ ਗੈਸ ਨੂੰ ਸਲਾਈਟਲੀ ਓਪਨਡ ਵਾਲ ਦੇ ਥਰੂ ਵੀ ਪਾਸ ਕਰਦੇ ਹਾਂ ਤਾਂ ਉਹਨੂੰ ਵੀ ਅਸੀਂ ਥ੍ਰੋਟਲਿੰਗ ਦਾ ਪ੍ਰੋਸੈਸ ਕਾਊਂਟ ਕਰਦੇ ਹਾਂ। ਹੁਣ ਇੱਥੇ ਗੱਲ ਕੀਤੀ ਗਈ ਹੈ ਸਟੱਡੀ ਫਲੋ ਦੀ। ਸਟੱਡੀ ਫਲੋ ਕਿਹੜਾ ਹੁੰਦਾ ਕਿ ਜਦੋਂ ਕੋਈ ਵੀ ਫਲੋ, ਚਾਹੇ ਉਹ ਗੈਸ ਹੋਵੇ ਚਾਹੇ ਉਹ ਕੋਈ ਲਿਕੁਇਡ ਹੋਵੇ, ਜਦੋਂ ਉਸ ਦੇ ਪਾਰਟੀਕਲਸ ਦੇ ਅੰਦਰ ਡਿਸਟਰਬੈਂਸ ਬਹੁਤ ਜ਼ਿਆਦਾ ਨਾ ਹੋਵੇ, ਉਹਨਾਂ ਦੇ ਪਾਰਟੀਕਲਸ ਦੀ ਮੂਵਮੈਂਟ ਦੇ ਦੌਰਾਨ ਉਹਨਾਂ ਦੀ ਵੈਲੋਸਿਟੀ ਕਾਨਸਟੈਂਟ ਰਹੇ, ਉਸ ਨੂੰ ਅਸੀਂ ਸਟੱਡੀ ਫਲੋ ਕਾਊਂਟ ਕਰਦੇ ਹਾਂ। ਤਾਂ ਇਸੇ ਤਰੀਕੇ ਦੇ ਨਾਲ ਹੀ ਜਦੋਂ ਅਸੀਂ ਕਿਸੇ ਪਰਫੈਕਟ ਗੈਸ ਨੂੰ orifice ਦੇ ਥਰੂ ਪਾਸ ਕਰਾਂਗੇ ਜਾਂ ਓਪਨਡ ਵਾਲ ਦੇ ਥਰੂ ਪਾਸ ਕਰਾਂਗੇ ਜੋ ਕਿ ਥੋੜ੍ਹਾ ਹੀ ਖੁੱਲ੍ਹਿਆ ਹੋਊਗਾ, ਤਾਂ ਉਹਨੂੰ ਅਸੀਂ ਕਾਊਂਟ ਕਰਦੇ ਹਾਂ ਥ੍ਰੋਟਲਿੰਗ ਦਾ ਪ੍ਰੋਸੈਸ। ਅਗਲੇ ਪੁਆਇੰਟ 'ਚੋਂ ਗੱਲ ਕਰ ਰਹੇ ਹਾਂ, ਡਿਊਰਿੰਗ ਦਿਸ ਪ੍ਰੋਸੈਸ ਦ ਫਲੂਇਡ ਇਜ਼ ਫੋਰਸਡ ਥਰੂ ਦ ਨੈਰੋ ਅਪਰਚਰ ਬਾਈ ਇਟਸ ਓਨ ਪ੍ਰੈਸ਼ਰ, but the frictional resistance between the fluid and the walls reduces the velocity of a negligible amount। ਇਸ ਪੁਆਇੰਟ ਦੇ ਵਿੱਚ ਉਹ ਗੱਲ ਕਰ ਰਿਹਾ ਜੀ, ਕਹਿੰਦਾ ਇਸ ਪ੍ਰੋਸੈਸ ਦੇ ਦੌਰਾਨ ਜੋ ਫਲੂਇਡ ਦਾ ਮੂਵਮੈਂਟ ਹੈ ਉਹ ਉਸਦੇ ਆਪਣੇ ਪ੍ਰੈਸ਼ਰ ਕਰਕੇ ਹੀ ਹੋ ਜਾਂਦਾ। ਨਾਲ ਹੀ ਉਹ ਗੱਲ ਕਰ ਰਿਹਾ, ਕਹਿੰਦਾ ਜਦੋਂ ਫਲੂਇਡ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਕਰ ਰਿਹਾ ਤਾਂ ਥ੍ਰੋਟਲਿੰਗ ਵਾਲ ਦੀਆਂ ਵਾਲਸ ਦੇ ਵਿੱਚ ਤੇ ਉਸ ਫਲੂਇਡ ਦੇ ਵਿੱਚ ਕੁਝ ਰੈਜ਼ਿਸਟੈਂਸ ਪੈਦਾ ਹੁੰਦੀ ਹੈ, ਫ੍ਰਿਕਸ਼ਨਲ ਰੈਜ਼ਿਸਟੈਂਸ, ਜਿਹਦੇ ਕਰਕੇ ਜੋ ਉਸਦੀ ਜੋ ਵੈਲੋਸਿਟੀ ਹੈ ਉਹਦੇ 'ਤੇ ਬਹੁਤ ਜ਼ਿਆਦਾ ਇਫੈਕਟ ਨਹੀਂ ਪੈਂਦਾ, ਉਸ ਨੂੰ ਆਪਾਂ ਨੈਗਲੀਜੀਬਲ ਵੀ ਕਾਊਂਟ ਕਰ ਸਕਦੇ ਹਾਂ। ਅਗਲੇ ਪੁਆਇੰਟ 'ਚੋਂ ਗੱਲ ਕਰ ਰਿਹਾ, ਡਿਊ ਟੂ ਦਿਸ ਦ ਫਲੂਇਡ ਐਸਕੇਪ ਵਿਦ ਅ ਸਮਾਲ ਅਮਾਊਂਟ ਆਫ ਕਾਈਨੈਟਿਕ ਐਨਰਜੀ। ਤਾਂ ਇਸ ਕਰਕੇ ਜੋ ਫਲੂਇਡ ਹੈ ਉਸ ਦੇ ਵਿੱਚੋਂ ਉਹ ਸਮਾਲ ਅਮਾਊਂਟ ਦੀ ਕਾਈਨੈਟਿਕ ਐਨਰਜੀ ਦੇ ਨਾਲ ਮੂਵ ਕਰ ਜਾਂਦਾ। ਅਗਲੇ ਪੁਆਇੰਟ 'ਚੋਂ ਗੱਲ ਕਰ ਰਹੇ, ਕਹਿੰਦਾ ਦ ਫ੍ਰਿਕਸ਼ਨ ਕਨਵਰਟ ਦਿਸ ਕਾਈਨੈਟਿਕ ਐਨਰਜੀ ਇਨਟੂ ਹੀਟ ਐਂਡ ਦ ਫਲੂਇਡ ਇਜ਼ ਰੇਜ਼ਡ ਟੂ ਇਟਸ ਇਨੀਸ਼ੀਅਲ ਟੈਂਪਰੇਚਰ। ਕਿ ਜੋ ਫ੍ਰਿਕਸ਼ਨ ਹੈ ਉਹ ਉਸ ਦੀ ਕਾਈਨੈਟਿਕ ਐਨਰਜੀ ਨੂੰ ਹੀਟ ਦੇ ਵਿੱਚ ਕਨਵਰਟ ਕਰ ਦਿੰਦਾ, ਜਿਸ ਕਰਕੇ ਉਸ ਫਲੂਇਡ ਦਾ ਜੋ ਟੈਂਪਰੇਚਰ ਹੈ ਉਹ ਹਲਕਾ ਜਿਹਾ ਰਾਈਜ਼ ਅਪ ਹੋ ਜਾਂਦਾ, ਵੱਧ ਜਾਂਦਾ। ਨੈਕਸਟ ਪੁਆਇੰਟ 'ਚ ਗੱਲ ਕਰ ਰਿਹਾ, ਡਿਊਰਿੰਗ ਦ ਥ੍ਰੋਟਲਿੰਗ ਪ੍ਰੋਸੈਸ ਨੋ ਹੀਟ ਇਜ਼ ਸਪਲਾਈਡ ਔਰ ਰਿਜੈਕਟਿਡ। ਕਿ ਇਸ ਪ੍ਰੋਸੈਸ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਹੀਟ ਨਾ ਤਾਂ ਸਪਲਾਈ ਕੀਤੀ ਜਾਂਦੀ ਹੈ ਤੇ ਨਾ ਹੀ ਉਸ ਸਿਸਟਮ ਦੇ ਵਿੱਚੋਂ ਰਿਜੈਕਟ ਕੀਤੀ ਜਾਂਦੀ ਹੈ। ਨੋ ਐਕਸਟਰਨਲ ਵਰਕ ਇਜ਼ ਡਨ, ਕੋਈ ਵੀ ਐਕਸਟਰਨਲ ਵਰਕ ਡਨ ਨਹੀਂ ਹੁੰਦਾ ਇਸ ਪ੍ਰੋਸੈਸ ਦੇ ਦੌਰਾਨ। ਐਂਡ ਇਨ ਕੇਸ ਆਫ ਪਰਫੈਕਟ ਗੈਸ ਦੇਅਰ ਇਜ਼ ਨੋ ਚੇਂਜ ਇਨ ਟੈਂਪਰੇਚਰ। ਕਿ ਪਰਫੈਕਟ ਗੈਸਿਸ ਦੇ ਅੰਦਰ ਇਸ ਦੇ ਟੈਂਪਰੇਚਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਚੇਂਜ ਨਹੀਂ ਹੁੰਦਾ। ਔਰ ਨਾਲ ਹੀ ਅਗਲੇ ਪੁਆਇੰਟ 'ਚ ਗੱਲ ਕਰ ਰਿਹਾ, ਦ ਐਂਥੈਲਪੀ ਔਰ ਦ ਟੋਟਲ ਹੀਟ ਆਫ ਦ ਫਲੂਇਡ ਰਿਮੇਨਸ ਕਾਨਸਟੈਂਟ। ਕਿ ਇਸ ਪ੍ਰੋਸੈਸ ਦੇ ਦੌਰਾਨ ਜੋ ਉਸ ਸਿਸਟਮ ਦੀ ਐਂਥੈਲਪੀ ਹੋਊਗੀ, ਉਸ ਪ੍ਰੋਸੈਸ ਦੀ ਜੋ ਐਂਥੈਲਪੀ ਹੋਊਗੀ ਜਾਂ ਜਿਸ ਨੂੰ ਅਸੀਂ ਟੋਟਲ ਹੀਟ ਕਾਊਂਟ ਕਰਦੇ ਹਾਂ, ਉਹ ਸਾਡੇ ਕੋਲ ਕਾਨਸਟੈਂਟ ਹੋਊਗੀ, 0 ਹੋਊਗੀ। ਨੈਕਸਟ ਉਹ ਕੁਝ ਫਾਈਨਲ ਰਿਜ਼ਲਟਸ ਦੇ ਰਿਹਾ, ਜਿਸ ਦੇ ਅਕੋਰਡਿੰਗਲੀ ਉਹ ਕਹਿ ਰਿਹਾ ਵਰਕ ਡਨ W is equals to 0, ਹੀਟ ਸਪਲਾਈਡ H is equals to 0 and change in internal energy delta U that is also again 0। ਸੋ ਇਹਦੇ ਨਾਲ ਹੀ ਮੇਰਾ ਅੱਜ ਦਾ ਇਹ ਵੀਡੀਓ ਜੋ ਕਿ ਸੀਗਾ ਫ੍ਰੀ ਐਕਸਪੈਂਸ਼ਨ ਤੇ ਥ੍ਰੋਟਲਿੰਗ ਪ੍ਰੋਸੈਸ ਦੇ ਉੱਤੇ, ਉਹ ਕੰਪਲੀਟ ਹੈ। ਹੋਪਫੁਲੀ ਤੁਹਾਨੂੰ ਇਹ ਟੌਪਿਕਸ ਸਮਝ ਲੱਗੇ ਹੋਣਗੇ। ਓਕੇ ਜੀ, ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ ਜੀ।